राख लिहो हम ते बिगरी। सील धर्म जप भगत न कीनी। हो अभिमान टेढ़ पगरी। अमर जान संचीए काया। एह मिथ्या काची गगरी। जिन्ह निवाज साज हम किए। तिस बिसार अवर लगरी। संधक तोहे साध नहीं कहियो। शरण परे तुमरी पगरी। कह कबीर एह बिनती सुनियो। मत कालो जम की खबरी। जगत जलंदा रख लै। जगत जलंदा रख लै। अपनी किरपा तार। जित दुआरै उभरै। तलहो उभार। हम अवगुण परे एक गुण। अमृत छाड़ बिख बिख। माया मोह भरम पै भूले। सुत दारा स्यों प्रीत। एक उत्तम पंथ सुन्यो गुर संगत। तेह मिलंत जम त्रास। एक अरदास पाठ कीरत की। गुर रामदास राखो सरनाए। कहो टल गुर सेविया। अहनस सहज पाए। परसया गुरु का जन्म मरण दुख जाए। सिफत खसमंदी नूर अरसों गुर सों चटिया। सच्चे पातशाह मल जन्म दे कटिया। सजन सच्चा पातशाह सिर साहंद साहो। इस पास बैठिया सोहिया। सभना दा वेसाहो। सतनाम श्री वाहेगुरु साहिब जी। वड़हंसो महला तीजा। ए मन मेरे आवा गौण संसार है। अंत सचन बेड़ा राम। आपे सच्चा बख्श लै। फिर होए न फेरा राम। ए मन मेरे आवा गौण संसार है। अंत सचन बेड़ा राम। आपे सच्चा बख्श लै। फिर होए न फेरा राम। फिर होए न फेरा
ਅੰਤ ਸਚਨ ਬੇੜਾ ਗੁਰਮੁਖ ਮਿਲੈ ਵਡਿਆਈ ਸਾਚੈ ਰੰਗ ਰਤ ਸਹਜੇ ਮਤ ਸਹਜ ਰਹਿ ਸਮਾਏ ਸੱਚਾ ਮਨ ਭਾਇਆ ਸਚ ਵਸਾਇਆ ਸ਼ਬਦ ਰਤ ਅੰਤ ਨ ਬੇਰਾ ਨਾਨਕ ਨਾਮ ਰਤਿ ਸਚ ਸਮਾਣੈ ਬਹੁਰ ਨ ਭਵ ਜਲ ਫੇਰਾ ਮਾਇਆ ਮੋਹ ਸਭ ਬਰਲ ਹੈ ਦੂਜੈ ਭਾਏ ਖੁਆਏ RAM ਮਾਤਾ ਪਿਤਾ ਸਭ ਹੇਤ ਹੈ ਹਿਤ ਪਲਚਾਈ RAM ਹਿਤ ਪਲਚਾਈ ਪੁਰਬ ਕਮਾਈ ਮੇਟ ਨ ਸਕੈ ਕੋਈ ਜਿਨ ਸ੍ਰਿਸ਼ਟ ਸਾਜੇ ਸੋ ਕਰ ਵੇਖੈ ਤਿਸ ਜੀਵੜ ਅਵਰ ਨ ਕੋਈ ਮਨ ਮੁਖ ਅੰਧਾ ਤਪ ਤਪ ਖਪੈ ਬਿਨ ਸ਼ਬਦੈ ਸ਼ਾਂਤ ਨ ਆਏ ਨਾਨਕ ਬਿਨ ਨਾਵੈ ਸਭ ਕੋਈ ਭੁੱਲਾ ਮਾਇਆ ਮੋਹ ਖੁਆਏ ਇਹੋ ਜਗ ਜਲਤਾ ਦੇਖ ਕੈ ਭਜ ਪੈ ਹਰ ਸਰਨਾਈ RAM ਅਰਦਾਸ ਕਰੀ ਗੁਰ ਪੂਰੇ ਆਗੈ ਰਖ ਲੇਵੋ ਦੇਹੋ ਵਡਾਈ RAM ਰਖ ਲੇਵੋ ਸਰਨਾਈ ਹਰ ਨਾਮ ਵਡਾਈ ਤੁਧ ਜੀਵੜ ਅਵਰ ਨ ਦਾਤਾ ਸੇਵਾ ਲਾਗੇ ਸੇਵੜ ਭਾਗੇ ਜੁਗ ਜੁਗ ਏਕੋ ਜਾਤਾ ਜਤ ਸਤ ਸੰਜਮ ਕਰਮ ਕਮਾਵੈ ਬਿਨ ਗੁਰ ਗਤ ਨਹੀਂ ਪਾਏ ਨਾਨਕ ਤਿਸਨੋ ਸ਼ਬਦ 부ਝਾਏ ਜੋ ਜਾਏ ਪਵੈ ਹਰ ਸਰਨਾਏ ਜੋ ਹਰ ਮਤ ਦੇ ਸਾ ਊਪਜੈ ਹੋਰ ਮਤ ਨ ਕਾਏ RAM ਅੰਤਰ ਬਾਹਰ ਏਕ ਤੂ ਆਪੇ ਦੇਹ 부ਝਾਏ RAM ਆਪੇ ਦੇਹ 부ਝਾਏ ਅਵਰ ਨ ਪਾਏ ਗੁਰਮੁਖ ਹਰ ਰਸ ਚਾਖਿਆ ਦਰ ਸਾਚੈ ਸਦਾ ਹੈ ਸਾਚਾ ਸਾਚਾ ਸ਼ਬਦ ਸੋ ਭਾਖਿਆ ਕਰਮ ਹੈ ਨਿਜ ਘਰ ਪਾਇਆ ਸਤਿਗੁਰ ਦੇ ਵਡਾਏ ਨਾਨਕ ਜੋ ਨਾਮ ਰਤੇ ਸਈ ਮਹਲ ਪਾਇਨ ਮਤ ਪ੍ਰਵਾਣ ਸਚ ਸਾਏ ਕਰਮ ਹੈ ਨਿਜ ਘਰ ਪਾਇਆ ਸਤਿਗੁਰ ਦੇ ਵਡਾਏ ਨਾਨਕ ਜੋ ਨਾਮ ਰਤੇ ਸੇ ਮਹਲ ਪਾਇਨ ਮਤ ਪ੍ਰਵਾਣ ਸਚ ਸਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ। ਜਗਤ ਗੁਰੂ ਸਤਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਗਰੀਬ ਨਵਾਜ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਤਿਲਕ ਤੇ ਜੰਜੂ ਦੇ ਰਾਖੇ ਸਾਹਿਬ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਦਇਆਨਿਧ ਸੁਆਮੀ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਪਵਿੱਤਰ ਪਾਵਨ ਸੱਚਖੰਡ ਦਰਬਾਰ ਅੰਦਰ ਹਾਜ਼ਰੀਆਂ ਭਰ ਰਹੇ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਸਵਰੂਪ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ ਗੁਰੂ ਰੰਗ ਚ ਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਧਨਤਾ ਦੇ ਪਾਤਰ ਹੋ ਕੇ ਅੰਮ੍ਰਿਤ ਵੇਲੇ ਤੋਂ ਦਇਆਨਿਧ ਸੁਆਮੀ ਜੀ ਦੇ ਦਰਸ਼ਨ ਪਰਸਰੇ। ਸਤਿਗੁਰਾਂ ਦੀ ਧੁਰ ਕੀ ਅਕਾਲੀ ਬਾਣੀ ਦੇ ਸ਼ਬਦ ਕੀਰਤਨ, ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ, ਗੁਰੂ ਘਰ ਦੇ ਕੀਰਤਨੀਏ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਦੇ ਪਾਸੋਂ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਦੇ ਰਾਗੀ ਜਥੇ ਪਾਸੋਂ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਆਏ ਹੋਏ ਇਸ ਸਾਲ ਨੂੰ ਜਿਉ ਆਇਆ ਕਹਿਣ ਵਾਸਤੇ, ਗੁਰੂ ਚਰਨਾਂ ਵਿੱਚ ਅਰਜ਼ੋਈ ਅਰਦਾਸ ਬੇਨਤੀ ਕਰਨ ਵਾਸਤੇ ਅੱਜ ਬੇਅੰਤ ਮਾਈ ਭਾਈ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹਨ। ਅਰਦਾਸ ਹੈ ਸਾਹਿਬ ਦੇ ਚਰਨਾਂ 'ਚ, ਦਇਆਨਿਧ ਸੁਆਮੀ ਜੀ ਤਰਸ ਕਰੋ, ਕਿਰਪਾ ਕਰੋ। ਆਉਣ ਵਾਲਾ ਸਮਾਂ ਆਪ ਜੀ ਦੀ ਸੇਵਾ ਕਰਦਿਆਂ, ਬੰਦਗੀ ਕਰਦਿਆਂ, ਭਜਨ ਕਰਦਿਆਂ, ਸਤ ਸੰਗਤ ਕਰਦਿਆਂ, ਸੇਵਾ ਕਰਦਿਆਂ, ਸਿਮਰਨ ਕਰਦਿਆਂ, ਭਲੇ ਕਰਮ ਕਰਦਿਆਂ, ਸ਼ੁਭ ਕਰਮਾਂ ਵਿੱਚ ਪ੍ਰਵਿਰਤ ਹੋਇਆਂ ਬਤੀਤ ਹੋਵੇ। ਕਿਰਪਾ ਕਰੋ ਮਹਾਰਾਜ, ਇਸ ਜਗਤ ਜਲੰਦੇ ਨੂੰ ਆਪਣੀ ਕਿਰਪਾ ਦੁਆਰਾ, ਆਪਣੀ ਕਿਰਪਾ ਦ੍ਰਿਸ਼ਟੀ ਦੁਆਰਾ ਰੱਖ ਲੋ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿਤੈ ਲਿਹੋ ਉਭਾਰ। ਮਹਾਰਾਜ ਕਿਰਪਾ ਕਰੋ, ਸੜਦੇ ਬਲਦੇ ਜਗਤ ਨੂੰ ਆਪ ਜੀ ਆਪਣੀ ਕਿਰਪਾ ਦ੍ਰਿਸ਼ਟੀ ਦੁਆਰਾ ਰੱਖ ਲੋ। ਜਿਸ ਵੀ ਰਸਤੇ ਦੁਆਰਾ ਇਹ ਜਗਤ ਉੱਭਰਦਾ ਹੈ ਮਹਾਰਾਜ ਉਭਾਰ ਲਵੋ। ਇਹ ਬੇਨਤੀ, ਇਹ ਅਰਦਾਸ ਗੁਰੂ ਚਰਨਾਂ ਵਿੱਚ ਆਪਾਂ ਸਾਰਿਆਂ ਨੇ ਕਰਨੀ ਹੈ। ਜਦੋਂ ਸਾਰੇ ਜਗਤ ਦੀ ਅਰਦਾਸ ਕਰਾਂਗੇ, ਸਾਂਝੀ ਅਰਦਾਸ ਕਰਾਂਗੇ, ਤਾਂ ਉਸ ਜਗਤ ਵਿੱਚ ਆਪਣੀ ਅਰਦਾਸ ਵੀ ਨਾਲ ਸ਼ਾਮਲ ਹੋ ਜਾਏਗੀ। ਅਸੀਂ ਵੀ ਜਗਤ ਦੇ ਵਿੱਚ ਹੀ ਆਉਂਦੇ ਹਾਂ, ਇਸ ਕਰਕੇ ਜਦੋਂ ਸਰਬੱਤ ਦਾ ਭਲਾ ਮੰਗਦੇ ਹਾਂ, ਵਿੱਚ ਆਪਣਾ ਭਲਾ ਵੀ ਆ ਜਾਂਦਾ ਹੈ। ਇਹ ਅਰਦਾਸ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਹੈ। ਅੰਮ੍ਰਿਤ ਵੇਲੇ ਦਇਆਨਿਧ ਸੁਆਮੀ ਜੀ ਨੇ ਜੋ ਪਾਵਨ ਪਵਿੱਤਰ ਸ੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ ਤੀਸਰੇ ਗੁਰਦੇਵ ਜੀ ਨੇ, ਆਓ ਰਲ ਮਿਲ ਕੇ ਪਾਤਸ਼ਾਹ ਦਾ ਪਾਵਨ ਸ਼ਬਦ ਵਿਚਾਰੀਏ। ਗੁਰੂ ਖਾਲਸਾ ਜੀ, ਸਮੇਂ ਦਾ ਜਿਹੜਾ ਇਹ ਚੱਕਰ ਹੈ ਆਪਣੀ ਰਫ਼ਤਾਰ ਨਾਲ ਚੱਲ ਰਿਹਾ ਹੈ। ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਪ ਘਟੈ ਤਨ ਛੀਜੈ। ਦਿਨ ਦਿਨ ਕਰਕੇ, ਪਲ ਪਲ ਕਰਕੇ, ਘੜੀ ਘੜੀ ਕਰਕੇ ਇਹ ਜ਼ਿੰਦਗੀ ਸਾਡੀ ਸਰੀਰ ਦੀ ਜਿਹੜੀ ਮਿਲੀ ਹੋਈ ਸਾਨੂੰ ਅਵਧੀ ਹੈ, ਇਹ ਘਟ ਰਹੀ ਹੈ। ਜੇ 1 ਸਾਲ ਬੀਤਿਆ ਤਾਂ ਨਾਲ ਇਹ ਵੀ ਸਾਡੇ ਹਿਰਦੇ 'ਚ ਚਿੰਤਨ ਹੋਣਾ ਚਾਹੀਦਾ ਹੈ ਕਿ ਸਾਡੇ ਜੀਵਨ ਦਾ 1 ਸਾਲ ਘਟਿਆ ਵੀ ਹੈ। ਇਹ ਚਿੰਤਨ, ਸਵੈ ਵਿਸ਼ਲੇਸ਼ਣ ਸਾਡੇ ਹਿਰਦੇ 'ਚ ਹੋਣਾ ਚਾਹੀਦਾ ਹੈ ਕਿ ਜਿਹੜਾ 1 ਸਾਲ ਸਾਡੀ ਜ਼ਿੰਦਗੀ ਵਿੱਚ ਬੀਤਿਆ, ਉਹਦੇ ਵਿੱਚੋਂ ਕਿੰਨਾ ਕੁ ਸਮਾਂ ਸਾਡਾ ਸਫਲ ਹੋਇਆ ਔਰ ਕਿਤਨਾ ਕੁ ਸਮਾਂ ਜਿਹੜਾ ਅਸੀਂ ਨਿਰਾਰਥ ਤੇ ਅਜਾਈ ਗਵਾ ਦਿੱਤਾ ਹੈ।
ਆਉਣ ਵਾਲਾ ਸਾਲ ਚੜ੍ਹਿਆ, ਜੋ ਗਲਤੀਆਂ ਪਿਛਲੇ ਸਾਲ ਵਿੱਚ ਸਾਡੇ ਕੋਲੋਂ ਹੋਈਆਂ ਨੇ, ਜਿਹੜਾ ਸਮਾਂ ਅਸੀਂ ਫਜ਼ੂਲ ਕੰਮਾਂ ਦੇ ਵਿੱਚ ਪਿਛਲੇ ਸਾਲ 'ਚ ਬਤੀਤ ਕੀਤਾ ਹੈ, ਜੇ ਇਨਸਾਨ ਹਾਂ ਤੇ ਫਿਰ ਸੁਚੇਤ ਹੋ ਕੇ ਵਿਚਾਰਾਂਗੇ ਕਿ ਆਉਣ ਵਾਲੇ ਸਮੇਂ ਵਿੱਚ ਸਾਡੇ ਕੋਲੋਂ ਗਲਤੀਆਂ ਨਾ ਦੁਹਰਾਈਆਂ ਜਾਣ, ਅਸੀਂ ਆਪਣੇ ਸਮੇਂ ਨੂੰ ਇਸ ਤਰ੍ਹਾਂ ਅਜਾਈਂ ਨਾ ਗਵਾਈਏ। ਇਹ ਵਿਸ਼ਲੇਸ਼ਣ, ਇਹ ਚਿੰਤਨ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਚੱਲਣਾ ਚਾਹੀਦਾ। ਤਦੇ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਕਿ ਭਾਈ ਇਹ ਸਮਾਂ ਆਪਣੀ ਚਾਲੇ ਚੱਲ ਰਿਹਾ ਹੈ, ਲੰਘ ਗਿਆ ਨਾ ਮੁੜ ਕੇ ਆਮਦਾ। ਇਹ ਜਿਹੜਾ ਸਮਾਂ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਮਦਾ, ਕਰ ਸਫਲ ਉੱਡਣ ਦਾ ਜਾਮਦਾ। ਇਹ ਲੰਘ ਗਿਆ ਮੁੜ ਕੇ ਨਹੀਂ ਆਉਂਦਾ, ਇਸ ਕਰਕੇ ਇਸ ਸਮੇਂ ਨੂੰ ਸਫਲਿਆਂ ਕਰਨ ਦਾ ਯਤਨ ਕਰ, ਕਿਉਂਕਿ ਸਮਾਂ ਉੱਡਦਾ ਚੱਲਿਆ ਜਾ ਰਿਹਾ ਹੈ, ਇਹ ਸਮਾਂ ਬੀਤਦਾ ਚੱਲਿਆ ਜਾ ਰਿਹਾ ਹੈ। ਸਮਾਂ ਬਾਹਰਲੀ ਪ੍ਰਕਿਰਤੀ ਦਾ ਨਹੀਂ, ਸਮਾਂ ਤੇਰਾ ਬੀਤਦਾ ਜਾ ਰਿਹਾ ਜੋ ਤੈਨੂੰ ਮਿਲਿਆ ਹੋਇਆ ਹੈ। ਬਾਹਰਲੀ ਪ੍ਰਕਿਰਤੀ ਵਿੱਚ ਤਾਂ ਉਸੇ ਤਰ੍ਹਾਂ ਹੀ ਦਿਨ ਰੋਜ਼ ਚੜ ਜਾਣੇ ਆ, ਰੋਜ਼ ਛਪ ਜਾਣੇ ਆ। ਤੇਰਾ ਜਿਹੜਾ ਸਮਾਂ ਤੈਨੂੰ ਵਾਹਿਗੁਰੂ ਨੇ, ਪਰਮੇਸ਼ਰ ਨੇ ਮੋਹਲਤ ਦੇ ਕੇ ਭੇਜਿਆ, ਉਹ ਸਮਾਂ ਤੇਰਾ ਲੰਘਦਾ ਚੱਲਿਆ ਜਾ ਰਿਹਾ ਹੈ। ਇਸ ਨੂੰ ਸਫਲਿਆਂ ਕਰਨ ਦਾ ਯਤਨ ਕਰ। ਇਹ ਚਿੰਤਨ ਸਾਡੇ ਹਿਰਦਿਆਂ ਵਿੱਚ ਇਸ ਅੱਜ ਦੇ ਚੜ੍ਹੇ ਹੋਏ ਨਵੇਂ ਸਾਲ ਦੇ ਦੌਰਾਨ ਚੱਲਣਾ ਚਾਹੀਦਾ ਹੈ। ਆਓ ਸਮੇਂ ਦੀ ਸਫਲਤਾ ਹੋਵੇ। ਗੁਰਦੇਵ ਦੇ ਪਾਵਨ ਸ੍ਰੀ ਮੁਖ ਵਾਕ ਦੁਆਰਾ ਆਪਣੇ ਇਸ ਅੱਜ ਦੇ ਨਵੇਂ ਸਾਲ ਨੂੰ ਪ੍ਰਾਰੰਭ ਕਰੀਏ ਵਿਚਾਰ ਦੁਆਰਾ ਕਿ ਗੁਰਦੇਵ ਨੇ ਅੱਜ ਦੇ ਇਸ ਦਿਨ ਤੇ ਸਾਨੂੰ ਜੋ ਪਾਵਨ ਪਵਿੱਤਰ ਅੰਮ੍ਰਿਤ ਬਚਨ ਬਖਸ਼ਿਸ਼ ਕੀਤੇ ਹਨ, ਕੀ ਹੁਕਮ ਕਰਦੇ ਨੇ ਗਰੀਬ ਨਵਾਜ ਸਾਹਿਬ। ਸਰਵਣ ਕਰਨ ਤੋਂ ਪਹਿਲਾਂ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਵਡਹੰਸ ਮਹੱਲਾ ਤੀਜਾ। ਏ ਮਨ ਮੇਰਿਆ ਆਵਾ ਗੌਣ ਸੰਸਾਰ ਹੈ, ਅੰਤ ਸਚਨ ਬੇੜਾ ਰਾਮ। ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਹਨ, ਹੇ ਮੇਰੇ ਮਨ ਸੁਣ। ਧਿਆਨ ਨਾਲ ਸੁਣ ਤੇ ਇਕਾਗਰ ਹੋ ਕੇ ਸੁਣ। ਯਾਨੀ ਕਿ ਮਨ ਸੁਣਦਾ ਹੈ। ਕੋਈ ਆਖੇ ਕਿ ਮਨ ਦੇ ਕੰਨ ਨਹੀਂ ਹਨ, ਮਨ ਕਿਵੇਂ ਸੁਣੇਗਾ? ਇਹੀ ਤਾਂ ਖੇਡ ਹੈ ਕਿ ਮਨ ਕੰਨਾਂ ਬਿਨਾਂ ਸੁਣਦਾ ਤੇ ਮੂੰਹ ਬਿਨਾਂ ਬੋਲਦਾ ਵੀ ਹੈ, ਪੈਰਾਂ ਬਿਨਾਂ ਚੱਲਦਾ ਵੀ ਹੈ। ਪੈਰ ਚੱਲਦੇ ਸਾਡੇ ਹੰਬ ਜਾਣਗੇ, ਥੱਕ ਜਾਣਗੇ, ਔਰ ਇਹਨਾਂ ਦੀ ਰਫ਼ਤਾਰ ਦੀ ਇੱਕ ਸੀਮਾ ਵੀ ਹੈ ਕਿ ਇੰਨੀ ਸਪੀਡ ਨਾਲ ਚੱਲ ਸਕਦੇ। ਪਰ ਮਨ ਬਿਨਾਂ ਪੈਰਾਂ ਤੋਂ ਕਿੰਨੀ ਸਪੀਡ ਨਾਲ ਚੱਲਦਾ ਹੈ, ਔਰ ਕਿੰਨੇ ਕੋਹਾਂ ਦਾ ਪੈਂਡਾ ਤੈਅ ਕਰ ਜਾਂਦਾ ਹੈ, ਔਰ ਚੱਲਦਿਆਂ ਹੰਬਦਾ ਵੀ ਨਹੀਂ, ਥੱਕਦਾ ਵੀ ਨਹੀਂ। ਐਸਾ ਅਚਰਜ ਹੈ। ਮੂੰਹ ਨਹੀਂ ਪਰ ਫਿਰ ਵੀ ਬੋਲਦਾ, ਕੰਨ ਨਹੀਂ ਪਰ ਫਿਰ ਵੀ ਸੁਣਦਾ। ਬਦਨੈ ਬਿਨ ਖਿਰ ਖਿਰ ਹਾਸਤਾ, ਮੂੰਹ ਤੋਂ ਬਿਨਾਂ ਖਿੜ ਖਿੜ ਕੇ ਹੱਸਦਾ ਵੀ ਹੈ। ਇਹ ਮਨ ਹੈ। ਪੂਰੇ ਮਨ ਸੁਣਦਾ ਜੇ ਇਹਨੂੰ ਸੁਣਾਈਏ। ਕਦੇ ਆਪਣੇ ਨਿਜ ਮਨ ਨਾਲ ਗੱਲਬਾਤ ਕਰੀਏ ਤੇ ਮਨ ਵੀ ਗੱਲਾਂ ਕਰਦਾ ਹੈ। ਆਪਣੇ ਇਸ ਨਿਜ ਮਨ ਦੀ ਆਵਾਜ਼ ਨੂੰ ਸੁਣਨਾ ਚਾਹੀਏ ਵੀ ਇਹ ਕਹਿੰਦਾ ਕੀ ਹੈ।
ਇਹ ਚਾਹੁੰਦਾ ਕੀ ਹੈ, ਕੀ ਕਹਿੰਦਾ, ਕੀ ਚਾਹੁੰਦਾ, ਇਹ ਜਾਣਨਾ ਤਾਂ ਚਾਹੀਦਾ ਨਾ। ਪਾਤਸ਼ਾਹ ਕਹਿੰਦੇ ਆਪਣੇ ਮਨ ਨੂੰ ਸੰਬੋਧਨ ਕਰਕੇ ਕਹੋ, ਹੇ ਮੇਰੇ ਮਨ ਸੁਣ, ਤੈਨੂੰ ਇੱਕ ਪਤੀ ਦੀ ਗੱਲ ਸੁਣਾਵਾਂ, ਟਿਕਾਣੇ ਦੀ, ਸਾਰ ਵਚਨ, ਸਾਰੀਆਂ ਗੱਲਾਂ ਦਾ ਨਿਚੋੜ। ਉਹ ਕੀ ਹੈ ਕਿ ਆ ਜਿਤਨਾ ਵੀ ਸੰਸਾਰ ਹੈ ਇਹ ਆਵਾ ਗਾਉਣ ਵਾਲਾ ਹੈ, ਆ ਰਿਹਾ ਤੇ ਜਾ ਰਿਹਾ। ਏਦਾਂ ਦੇ ਨਵੇਂ ਸਾਲ ਕਈ ਵਾਰੀ ਆਏ ਤੇ ਕਈ ਵਾਰੀ ਪੁਰਾਣੇ ਹੋ ਗਏ। ਸਾਡੇ ਸਰੀਰ ਸਾਨੂੰ ਏਦਾਂ ਦੀਆਂ ਜੂਨੀਆਂ ਕਈ ਵਾਰ ਮਿਲੀਆਂ, ਕਈ ਵਾਰੀ ਬੀਤ ਗਈਆਂ। ਇਹ ਆਵਾ ਗਾਉਣ ਹੈ, ਇਹ ਸਾਰਾ ਸੰਸਾਰ ਆਵਾ ਗਾਉਣ ਹੈ। ਕੋਲੂ ਚਰਖਾ ਚੱਕੀ ਚੱਕ ਥਲ ਬਰੋਲੇ ਬਹੁਤ ਅਨੰਤ, ਲਾਟੂ ਮਾਧਾਣੀਆਂ ਅਨਗਾਹ, ਪੰਖੀ ਪਾਉਂਦਿਆਂ ਲੈਨ ਨਾ ਸਾਹਾ, ਸੂਐ ਚਾੜ ਪਵਾਈਆ ਜੰਤ, ਨਾਨਕ ਪਾਉਂਦਿਆਂ ਗਣਤ ਨਾ ਅੰਤ। ਇਹ ਆਵਾ ਗਾਉਣ ਹੈ। ਕੋਲੂ ਦਾ ਕਦੇ ਵੇਖੋ ਘੁੰਮਦਾ ਕਿਵੇਂ ਗਿੜਦਾ, ਚਰਖੇ ਦਾ ਤਕਲਾ ਤੇ ਚੱਕੀ ਦਾ ਪੁੜ ਵੀ ਘੁੰਮਦਾ ਹੈ, ਵਾਵ ਰੋਲਾ ਵੀ ਘੁੰਮਦਾ ਹੈ, ਲੱਟੂ ਘੁੰਮਦੇ ਨੇ, ਮਧਾਣੀਆਂ ਘੁੰਮਦੀਆਂ ਨੇ, ਪੰਛੀ ਅਸਮਾਨ ਵਿੱਚ ਘੁੰਮਦੇ ਨੇ। ਝੰਡੋਲ ਤੇ ਚੜਿਆ ਹੋਇਆ ਜਾਨਵਰ ਜਦੋਂ ਅੱਗ ਦੇ ਥੱਲੇ ਭੁੰਨਦੇ ਐ, ਉਹ ਜਿਵੇਂ ਘੁੰਮਦਾ ਹੈ, ਸੂਐ ਚਾੜ ਪਵਾਈਆ ਜੰਤ। ਇਸੇ ਤਰ੍ਹਾਂ ਇਹ ਮਨੁੱਖ ਵੀ, ਇਹ ਜੀਵ ਵੀ ਆਵਾ ਗਾਉਣ ਦੇ ਚੱਕਰ ਵਿੱਚ ਪਿਆ ਹੋਇਆ, ਏਦਾਂ ਹੀ ਚੱਲ ਰਿਹਾ। ਇਹ ਸਾਰਾ ਸੰਸਾਰ ਆਵਾ ਗਾਉਣ ਹੈ, ਆ ਰਿਹਾ ਤੇ ਜਾ ਰਿਹਾ। ਇੱਕ ਗੱਲ ਪਤੇ ਦੀ ਇਹ ਹੈ ਕਿ ਅੰਤ ਨੂੰ ਹਮੇਸ਼ਾ ਨਵੇੜਾ ਸੱਚ ਦਾ ਹੋਣਾ, ਨਵੇੜਾ ਸੱਚ ਤੇ ਹੋਣਾ। ਇਸ ਆਵਾ ਗਾਉਣ ਤੋਂ ਨਵੇੜਾ ਸੱਚ ਕਰਕੇ ਹੀ ਹੋਣਾ। ਉੱਥੇ ਸੱਚੋ ਹੀ ਸੱਚ ਵਰਤਦਾ ਹੈ, ਉੱਥੇ ਸੱਚਾ ਹੀ ਸੱਚ ਵਰਤਦਾ, ਉੱਥੇ ਸੱਚੇ ਹੀ ਸੱਚ ਵਰਤਦਾ। ਚੁਣ ਵੱਖ ਕੱਢੇ ਜਜਮਾਲਿਆ, ਉੱਥੇ ਸੱਚ ਸਰੂਪ ਹੋ ਕਰਕੇ ਹੀ ਪ੍ਰਮਾਤਮਾ ਦਾ ਨਿਆਂ ਤੇ ਇਨਸਾਫ ਵਰਤਦਾ। ਨਵੇੜਾ ਸੱਚ ਦਾ ਹੀ ਹੋਣਾ। ਓੜਕ ਨੂੰ ਅੰਤ ਨੂੰ ਸੱਚ ਨਹੀਂ ਰਹਿਣਾ ਤੇ ਝੂਠ ਤੇ ਕੂੜ ਨੂੰ ਨਿਖੁੱਟਣਾ ਹੀ ਪੈਣਾ। ਓੜਕ ਸੱਚ ਰਹੀ। ਸੱਚ ਦੇ ਉੱਤੇ ਆ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਇਨਸਾਫ ਹੋਣਾ, ਨਵੇੜਾ ਹੋਣਾ ਹੈ। ਆਪੇ ਸੱਚਾ ਬਖਸ਼ ਲੈ, ਫਿਰ ਹੋਏ ਨਾ ਫੇਰਾ ਰਾਮ। ਜਦੋਂ ਉਸ ਸੱਚੇ ਸਾਹਿਬ ਨੇ ਆਪ ਤਰਸ ਕਰਕੇ ਬਖਸ਼ ਲੈਣਾ ਤੈਨੂੰ, ਤੇ ਫਿਰ ਤੇਰਾ ਮੁੜ ਕੇ ਸੰਸਾਰ ਦੇ ਚੱਕਰਾਂ ਵਿੱਚ, ਆਵਾ ਗਾਉਣ ਦੇ ਚੱਕਰਾਂ ਵਿੱਚ ਫੇਰਾ ਨਹੀਂ ਹੋਵੇਗਾ। ਜਦੋਂ ਸੱਚਾ ਸਾਹਿਬ ਬਖਸ਼ ਲਏਗਾ, ਬਖਸ਼ੰਦ ਸਾਹਿਬ ਜੀ ਬਖਸ਼ ਲੈਣਗੇ ਤੇਰੇ ਗੁਨਾਹਾਂ ਨੂੰ, ਕਿਰਪਾ ਦੇ ਘਰ ਵਿੱਚ ਆ ਕੇ ਤੇਰੇ ਲੇਖੇ ਦੇ ਕਾਗਜ਼ ਪਾੜੇ ਜਾਣਗੇ, ਤਾਂ ਗੁਰਦੇਵ ਕਹਿੰਦੇ ਫਿਰ ਤੈਨੂੰ ਮੁੜ ਕੇ ਸੰਸਾਰ ਦੇ ਵਿੱਚ ਜਨਮ ਮਰਨ ਦੇ ਚੱਕਰਾਂ ਵਿੱਚ, ਆਵਾ ਗਾਉਣ ਦੇ ਚੱਕਰਾਂ ਵਿੱਚ ਨਹੀਂ ਭਰਮਣਾ ਪਵੇਗਾ। ਤੇਰਾ ਮੁੜ ਕੇ ਸੰਸਾਰ ਦੇ ਵਿੱਚ ਫੇਰਾ ਨਹੀਂ ਪਵੇਗਾ। ਫਿਰ ਹੋਏ ਨਾ ਫੇਰਾ, ਅੰਤ ਸਚ ਨਬੇੜਾ, ਗੁਰਮੁਖ ਮਿਲੈ ਵਡਿਆਏ। ਕਹਿੰਦੇ ਫਿਰ ਤੇਰਾ ਮੁੜ ਕੇ ਮਾਤ ਲੋਕ ਦੀ ਧਰਤੀ ਤੇ ਜਨਮ ਮਰਨ ਦਾ ਫੇਰਾ ਨਹੀਂ ਹੋਵੇਗਾ, ਔਰ ਅੰਤ ਨੂੰ ਸੱਚ ਦਾ ਨਬੇੜਾ ਹੋਵੇਗਾ, ਔਰ ਇਹ ਵਡਿਆਈ ਤੈਨੂੰ ਗੁਰੂ ਦੇ ਮੁਖ ਦੁਆਰਾ ਪ੍ਰਾਪਤ ਹੋਣੀ। ਜਾਂ ਜਨਮ ਮਰਨ ਤੋਂ ਰਹਿਤ ਅਵਸਥਾ ਦੀ ਵਡਿਆਈ ਇਹ ਗੁਰਮੁਖਾਂ ਨੂੰ ਪ੍ਰਾਪਤ ਹੁੰਦੀ ਹੈ, ਗੁਰੂ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ। ਸਾਚੈ ਰੰਗ ਰਤ ਸਹਜੇ ਮਤ, ਸਹਜ ਰਹਿ ਸਮਾਏ। ਜਿਹੜੇ ਸੱਚ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਹਨ, ਸੱਚੇ ਸਾਹਿਬ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਹਨ, ਉਹ ਫਿਰ ਗਿਆਨ ਦੀ ਅਵਸਥਾ ਵਿੱਚ ਮਸਤ ਹੋ ਜਾਂਦੇ ਨੇ। ਸਹਜੇ ਮਤ,
ਜਿੱਥੇ ਗਿਆਨ ਹੋਵੇ ਉੱਥੇ ਮਸਤੀ ਆਪੇ ਆ ਜਾਂਦੀ। ਅਗਿਆਨਤਾ ਵਿੱਚ ਜਿੱਥੇ ਭਟਕਣ ਹੈ, ਅਗਿਆਨਤਾ ਵਿੱਚ ਜਿੱਥੇ ਅਨੇਕ ਪ੍ਰਕਾਰ ਦੀਆਂ ਪਰੇਸ਼ਾਨੀਆਂ ਤੇ ਚਿੰਤਾਵਾਂ ਘੇਰਦੀਆਂ ਨੇ, ਉੱਥੇ ਆਤਮ ਗਿਆਨ ਦੀ ਅਵਸਥਾ ਵਿੱਚ ਮਸਤੀ ਹੈ, ਟਿਕਾ ਹੈ। ਜਦੋਂ ਆਤਮਾ ਦੇ ਗਿਆਨ ਨੂੰ ਕੋਈ ਪ੍ਰਾਪਤ ਹੋ ਜਾਏ, ਆਤਮਾ ਦਾ ਜਿਨ੍ਹਾਂ ਅੰਦਰ ਸਾਖਸ਼ਾਤਕਾਰ ਹੋ ਗਿਆ, ਫਿਰ ਉਹਨਾਂ ਵਾਸਤੇ ਤਾਂ ਇਹ ਸਾਰਾ ਸੰਸਾਰ ਮਿਥਿਆ ਹੈ, ਤੇ ਮਿਥਿਆ ਸੰਸਾਰ ਨੂੰ ਵੇਖ ਕੇ ਫਿਰ ਕੀ ਦੁੱਖ ਹੋਣਾ ਤੇ ਕੀ ਪਰਮਣਾ। ਗਿਆਨ ਦੇ ਉਸ ਮਹਾਰਸ ਵਿੱਚ ਟਿਕੇ ਹੋਏ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਉਹ ਮਾਤੇ ਮਸਤ ਹੋ ਜਾਂਦੇ ਨੇ। ਇਹ ਵਾਕਈ ਉਹ ਮਸਤੀ ਹੈ ਜਿਹਦੇ ਬਾਰੇ ਭਾਈ ਵੀਰ ਸਿੰਘ ਜੀ ਲਿਖਦੇ ਨੇ, ਹੋਸ਼ਾਂ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਠਿਕਾਣੇ। ਇਹ ਮਸਤੀ ਕਿਸੇ ਨਸ਼ੇ ਦੀ ਮਸਤੀ ਵਾਲੀ ਨਹੀਂ ਹੈ। ਦੁਨੀਆ ਦੇ ਕਿਸੇ ਨਸ਼ੇ ਦੀ ਮਸਤੀ ਮਨੁੱਖ ਨੂੰ ਢੋਰ ਬਣਾ ਦਿੰਦੀ ਹੈ, ਪਸ਼ੂ ਬਣਾ ਦਿੰਦੀ ਹੈ। ਉਸ ਮਸਤੀ ਵਿੱਚ ਉਹਨੂੰ ਆਪਣਾ ਆਪ ਭੁੱਲਿਆ ਹੁੰਦਾ ਹੈ, ਉਹਨੂੰ ਆਪਣਾ ਕਿਰਦਾਰ, ਆਪਣਾ ਸਟੇਟਸ, ਆਪਣੀ ਪਰਿਵਾਰ ਤੱਕ ਵੀ ਉਹਨੂੰ ਭੁੱਲਿਆ ਹੁੰਦਾ। ਪਰ ਗਿਆਨ ਦੀ ਇਸ ਮਸਤੀ ਵਿੱਚ ਇਹਨੂੰ ਆਪਣੇ ਆਪ ਦਾ ਗਿਆਨ ਰਹਿੰਦਾ, ਮੈਂ ਕੀ ਹਾਂ। ਇਹ ਮਸਤੀ ਉਸ ਮਸਤੀ ਨਾਲੋਂ ਨਿਰਾਲੀ ਹੈ, ਵੱਖਰੀ ਹੈ। ਇਹ ਸਹਿਜੇ ਮਾਤੀ ਦੀ ਖੇਡ ਹੈ। ਗਿਆਨ ਦੀ ਉਸ ਅਵਸਥਾ ਵਿੱਚ ਉਹ ਮਸਤ ਹੋ ਜਾਂਦੇ ਹਨ। ਸਹਿਜੇ ਰਹੇ ਸਮਾਈ, ਫਿਰ ਉਸੇ ਸਹਿਜ ਵਿੱਚ ਉਹ ਗਿਆਨ ਦੀ ਅਵਸਥਾ ਵਿੱਚ ਸਮਾਏ ਰਹਿੰਦੇ ਹਨ। ਸੱਚਾ ਮਨ ਭਾਇਆ ਸੱਚ ਵਸਾਇਆ, ਸ਼ਬਦ ਰਤੇ ਅੰਤ ਨ ਬੇਰਾ। ਗੁਰਮੁਖਾਂ ਦੇ ਮਨ ਨੂੰ ਸੱਚਾ ਭਾਉਂਦਾ ਹੈ, ਉਹ ਸੱਚ ਹੀ ਹਿਰਦੇ 'ਚ ਵਸਾਉਂਦੇ ਨੇ, ਔਰ ਅੰਤ ਨੂੰ ਸਤਿਗੁਰਾਂ ਦੇ ਸੱਚੇ ਸ਼ਬਦ ਦੁਆਰਾ ਹੀ ਉਹਨਾਂ ਦਾ ਨਿਬੇੜਾ ਹੋ ਜਾਂਦਾ। ਸਤਿਗੁਰਾਂ ਦਾ ਸ਼ਬਦ ਹੀ ਅੰਤ ਨੂੰ ਉਹਨਾਂ ਦਾ ਨਿਬੇੜਾ ਕਰਦਾ ਹੈ। ਨਾਨਕ ਨਾਮ ਰਤੇ ਸੇ ਸੱਚ ਸਮਾਣੇ, ਬਹੁਰ ਨ ਭਵ ਜਲ ਫੇਰਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ ਹਨ ਕਿ ਜਿਹੜੇ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਨੇ, ਉਹ ਫਿਰ ਸੱਚ 'ਚ ਸਮਾ ਜਾਂਦੇ ਨੇ, ਔਰ ਸੱਚ 'ਚ ਸਮਾਏ ਹੋਇਆਂ ਦਾ ਮੁੜ ਕੇ ਇਸ ਭਵਜਲ ਵਿੱਚ, ਸੰਸਾਰ ਵਿੱਚ ਫੇਰਾ ਨਹੀਂ ਹੁੰਦਾ। ਮੁੜ ਕੇ ਸੰਸਾਰ ਵਿੱਚ ਆਵਾਗਾਉਣ ਦੇ ਚੱਕਰਾਂ ਵਿੱਚ ਉਹਨਾਂ ਨੂੰ ਨਹੀਂ ਭਟਕਣਾ ਪੈਂਦਾ, ਜਿਹੜੇ ਨਾਮ ਦੇ ਰੰਗ ਵਿੱਚ ਰੰਗੇ ਹੁੰਦੇ ਆ। ਬਵਰ ਨਾ ਭਵਜਲ ਫੇਰਾ, ਬਹੁਰ ਨਾ ਭਵਜਲ ਫੇਰਾ, ਬਹੁਰ ਨ ਭਵ ਜਲ ਫੇਰਾ, ਬਹੁਰ ਨ ਭਵ ਜਲ ਫੇਰਾ। ਬਹੁਰ ਨਾ ਭਵਜਲ ਫੇਰਾ, ਬਹੁਰ ਨਾ ਭਵਜਲ ਫੇਰਾ, ਬਹੁਰ ਨ ਭਵ ਜਲ ਫੇਰਾ, ਬਹੁਰ ਨ ਭਵ ਜਲ ਫੇਰਾ। ਜਿਹੜੇ ਸਤਿਗੁਰਾਂ ਦੇ ਸ਼ਬਦ ਦੇ ਰੰਗ ਵਿੱਚ ਰੰਗੇ ਜਾਂਦੇ ਹਨ, ਉਹਨਾਂ ਦਾ ਮੁੜ ਕੇ ਸੰਸਾਰ ਵਿੱਚ ਆਵਾਗਾਉਣ ਦੇ ਚੱਕਰਾਂ ਵਿੱਚ ਫੇਰਾ ਨਹੀਂ ਹੁੰਦਾ। ਮਾਇਆ ਮੋਹ ਸਭ ਬਰਲ ਹੈ, ਦੂਜੈ ਭਾਏ ਖੁਆਏ RAM। ਮਾਇਆ ਦੀ ਜਿਹੜੀ ਮਮਤਾ ਹੈ, ਮੋਹ, ਇੱਕ ਪ੍ਰਕਾਰ ਦਾ ਪਾਗਲਪਨ ਹੈ। ਬਰਲ ਦਾ ਅਰਥ ਕਰਾਂਗੇ, ਬਰਲਿਆ ਹੋਇਆ ਕਹਿ ਦਿੰਨੇ ਆਪਾਂ ਆਮ ਪੰਜਾਬੀ 'ਚ, ਬਰਲਿਆ ਫਿਰਦਾ, ਪਾਗਲ ਹੋਇਆ ਫਿਰਦਾ। ਮਾਇਆ ਦਾ ਮੋਹ ਮਨੁੱਖ ਨੂੰ ਵਾਕਈ ਪਾਗਲ ਕਰ ਦਿੰਦਾ। ਇਤਨਾ ਪਾਗਲ, ਉਹਨੂੰ ਇਹ ਨਹੀਂ ਸਮਝ ਆਉਂਦੀ ਕਿ ਮੈਂ
ਕਿਸ ਕੋਝੇ ਤਰੀਕੇ ਦੇ ਨਾਲ ਇਹਨੂੰ ਵਿਹਾਜ ਰਿਹਾ, ਉਹਦੇ ਲਈ ਕਿੰਨਿਆਂ ਦੇ ਮੈਨੂੰ ਗਲ ਕੱਟਣੇ ਪੈ ਰਹੇ ਨੇ, ਕਿੰਨਿਆਂ ਨੂੰ ਠੱਗਣਾ ਪੈਂਦਾ, ਪਾਗਲ ਹੋ ਜਾਂਦਾ। ਕੇਵਲ ਰੁਪਈਏ ਪੈਸੇ ਮਾਇਆ ਨਹੀਂ, ਇਹਦੇ ਤੋਂ ਇਲਾਵਾ ਚੇਤਨ ਮਾਇਆ। ਇਹ ਜੜ ਮਾਇਆ, ਇੱਕ ਚੇਤਨ ਮਾਇਆ। ਚੇਤਨ ਮਾਇਆ 'ਚ ਸਾਰਾ ਵਰਤਾਰਾ, ਟੁਰਦੇ ਫਿਰਦੇ ਜੀਵ, ਪਰਿਵਾਰ, ਰਿਸ਼ਤੇਦਾਰ, ਸੰਬੰਧੀ, ਉਹਨਾਂ ਦੇ ਮੋਹ ਵਿੱਚ ਵੀ ਤਾਂ ਜੀਵ ਕਈ ਵਾਰੀ ਪਾਗਲ ਇਤਨਾ ਬੌਰਾ ਹੋ ਜਾਂਦਾ, ਇਹਨੂੰ ਨਾ ਗੁਰੂ ਚੇਤੇ ਰਹਿੰਦਾ, ਨਾ ਰੱਬ ਚੇਤੇ ਰਹਿੰਦਾ, ਨਾ ਆਪਣੇ ਜੀਵਨ ਦਾ ਪ੍ਰਯੋਜਨ ਚੇਤੇ ਰਹਿੰਦਾ। ਆਪਣੇ ਜੀਵਨ ਦਾ ਪ੍ਰਯੋਜਨ ਵੀ ਚੇਤੇ ਨੇ, ਸਾਡਾ ਕੀ ਮਨੋਰਥ ਹੈ ਇਹ ਸੰਸਾਰ ਵਿੱਚ ਆਉਣ ਦਾ, ਇਹ ਵੀ ਭੁੱਲ ਜਾਂਦਾ। ਪਾਤਸ਼ਾਹ ਕਹਿੰਦੇ ਇਹਦੇ ਹੇਤ ਵਿੱਚ ਜਦੋਂ ਮਾਇਆ ਦੇ ਮੋਹ ਦੇ ਬਰਲ ਦੇ ਵਿੱਚ ਲੱਗਾ ਹੋਇਆ, ਦੂਜੇ ਭਾਏ ਖੁਆਈ ਰਾਮ, ਦੂਜੇ ਭਾਵ ਵਿੱਚ ਦੁਬਦਾ 'ਚ ਲੱਗਾ ਹੋਇਆ, ਇਹ ਆਪਣੇ ਜਿਤਨੇ ਵੀ ਸ਼ੁਭ ਗੁਣ ਨੇ ਉਹਨਾਂ ਨੂੰ ਖਵਾ ਲੈਂਦਾ, ਗਵਾ ਲੈਂਦਾ। ਜਿਤਨੀ ਇਹਦੀ ਦੈਵੀ ਸੰਪਦਾ ਇਹਦੇ ਅੰਦਰ ਹੁੰਦੀ ਸ਼ੁਭ ਗੁਣਾਂ ਦੀ, ਉਹ ਖਵਾ ਲੈਂਦਾ, ਗਵਾ ਲੈਂਦਾ ਹੈ। ਮਾਤਾ ਪਿਤਾ ਸਭ ਹੇਤ ਹੈ, ਹੇਤੇ ਪਲਚਾਏ ਰਾਮ। ਮਾਂ ਪਿਓ ਉਹਨਾਂ ਦਾ ਹੇਤ, ਉਹਨਾਂ ਦੀ ਮੋਹ, ਉਹਨਾਂ ਦੀ ਮਮਤਾ, ਇਹ ਸਭ ਉਸੇ ਵਿੱਚ ਹੀ ਪਲਚਿਆ ਹੋਇਆ। ਇੱਥੇ ਮਾਂ-ਬਾਪ ਦੀ ਸੇਵਾ ਤੋਂ ਮੁਨਕਰ ਹੋਣ ਨੂੰ ਨਹੀਂ ਆਖਦੇ, ਉਹਨਾਂ ਦੇ ਮੋਹ ਤੋਂ ਉਪਰਾਮ ਹੋਣ ਨੂੰ ਆਖਦੇ। ਇੱਕ ਉਹਨਾਂ ਪ੍ਰਤੀ ਜ਼ਿੰਮੇਵਾਰੀ ਜੋ ਹੁੰਦੀ ਆ ਉਹ ਨਿਭਾਉਣੀ, ਇੱਕ ਉਹਨਾਂ ਦੇ ਮੋਹ ਵਸ ਹੋ ਕੇ ਆਪਣੇ ਜੀਵਨ ਨੂੰ ਪਰਮੇਸ਼ਰ ਦੀ ਇਬਾਦਤ ਵਾਲੇ ਪਾਸਿਓਂ ਰੋਕ ਹੀ ਲੈਣਾ। ਦੋਵੇਂ ਗੱਲਾਂ ਵੱਖੋ ਵੱਖਰੀਆਂ ਨੇ। ਉਹਨਾਂ ਪ੍ਰਤੀ ਜੋ ਜ਼ਿੰਮੇਵਾਰੀਆਂ ਨੇ ਉਹ ਨਿਭਾ, ਪਰ ਤੇਰੀ ਆਪਣੇ ਪ੍ਰਤੀ ਵੀ ਕੋਈ ਜ਼ਿੰਮੇਵਾਰੀ ਹੈ, ਉਹ ਇਹਨੂੰ ਭੁੱਲੀ ਹੋਈ ਹੈ। ਇਸ ਕਰਕੇ ਮੋਹ ਵਿੱਚ ਲੱਗਾ ਹੋਇਆ, ਉਸ ਹੇਤ ਵਿੱਚ ਲੱਗਾ ਹੋਇਆ, ਇਹ ਆਪਣੀ ਜ਼ਿੰਦਗੀ ਦੇ ਕੀਮਤੀ ਦੁਰਲਭ ਸਵਾਸ ਬਤੀਤ ਕਰ ਰਿਹਾ ਹੈ। ਹੇਤੇ ਪਲਚਾਏ ਪੁਰਬ ਕਮਾਏ, ਮੇਟ ਨਾ ਸਕੈ ਕੋਈ। ਇਹ ਜਿਹੜਾ ਹੇਤ ਲੱਗਾ ਹੋਇਆ ਨਾ, ਮੋਹ ਲੱਗਾ ਹੋਇਆ ਸਾਰਿਆਂ ਨਾਲ, ਇਹ ਦਰਅਸਲ ਸਾਡੇ ਪੂਰਬਲੇ ਜਨਮਾਂ ਦੀ ਕਮਾਈ, ਜਿਹੜੇ ਕਰਮ ਅਸੀਂ ਕਮਾਏ ਨੇ ਉਹਨਾਂ ਨਾਲ, ਉਹਨਾਂ ਕਰਮਾਂ ਕਰਕੇ ਸਾਡਾ ਇਹ ਸਾਰਿਆਂ ਨਾਲ ਸੰਬੰਧ ਬਣਿਆ ਹੋਇਆ। ਆਪਾਂ ਸੰਗਤ ਵਿੱਚ ਵੀ ਜੁੜ ਬੈਠੇ ਆ ਇੱਕ ਦੂਜੇ ਦੇ ਨਾਲ, ਇੱਕ ਜਾਣ ਪਹਿਚਾਣ ਹੈ ਸਾਡੀ, ਤਾਂ ਇਹ ਸਾਡੇ ਪੂਰਬਲੇ ਜਨਮਾਂ ਦੇ ਕੀਤੇ ਹੋਏ ਕਰਮ ਨੇ। ਕਿਸੇ ਪ੍ਰਤੀ ਵੈਰ ਵਿਰੋਧ ਦੀ ਬਿਰਤੀ ਹੈ ਤਾਂ ਉਹ ਵੀ ਸਾਡੇ ਕਰਮ ਨੇ, ਜੇ ਕਿਸੇ ਦੇ ਨਾਲ ਮਿੱਤਰਤਾ ਹੈ, ਸਨੇਹ ਹੈ, ਮੋਹ ਹੈ, ਤਾਂ ਉਹ ਵੀ ਸਾਡੇ ਪੂਰਬਲੇ ਜਨਮ ਦੇ ਕਰਮ ਨੇ। ਇਹ ਪੂਰਬ ਕਮਾਈ ਹੈ। ਜਿੰਨਿਆਂ ਨਾਲ ਵੀ ਸਾਡਾ ਮੇਲ ਹੁਣ ਤੱਕ ਹੋਇਆ, ਹੋ ਰਿਹਾ ਜਾਂ ਅੱਗੇ ਹੋਵੇਗਾ, ਉਹ ਪੂਰਬਲੇ ਜਨਮ ਵਿੱਚ ਵੀ ਸਾਡੇ ਨਾਲ ਕਿਤੇ ਨਾ ਕਿਤੇ ਉਹਨਾਂ ਨਾਲ ਲੈਣ ਦੇਣ ਦਾ ਸੰਬੰਧ ਜ਼ਰੂਰ ਹੈ। ਏਦਾਂ ਹੀ ਨਹੀਂ, ਕਈ ਵਾਰ ਅੱਜ ਹੀ ਕੋਈ ਸਾਨੂੰ ਵਿਅਕਤੀ ਮਿਲਦਾ ਜਿਹਨੂੰ ਅਸੀਂ ਪਹਿਲਾਂ ਕਦੇ ਮਿਲੇ ਹੀ ਨਹੀਂ ਸੀ, ਅੱਜ ਮਿਲਿਆ। ਰਸਤੇ ਵਿੱਚ ਜਾਂਦਿਆਂ, ਸਫ਼ਰ ਕਰਦਿਆਂ ਘੰਟੇ 2 ਘੰਟੇ ਉਹਦੇ ਨਾਲ ਟਾਈਮ ਬਤੀਤ ਕੀਤਾ, ਇਤਨਾ ਸਨੇਹ ਪੈ ਗਿਆ, ਇਤਨਾ ਪ੍ਰੇਮ ਪੈ ਗਿਆ। ਮੁੜ ਕੇ ਜਦੋਂ ਵਿਛੜਦੇ ਹਨ, ਸਫ਼ਰ ਮੁੱਕਣ ਤੋਂ ਬਾਅਦ ਇੱਕ ਦੂਜੇ ਦਾ ਨੰਬਰ ਲੈ ਲੈਂਦੇ, ਐਡਰੈਸ ਲੈ ਲੈਂਦੇ, ਆਪਾਂ ਫਿਰ ਮਿਲਾਂਗੇ, ਔਰ ਪ੍ਰੇਮ ਬਣ ਜਾਂਦਾ। 1-2-4 ਘੰਟਿਆਂ ਦੇ ਵਿੱਚ ਪ੍ਰੇਮ ਬਣ ਗਿਆ। ਕਿਵੇਂ ਹੋਇਆ? ਪੂਰਬਲੇ ਜਨਮ ਵਿੱਚ ਕਿਤੇ ਨਾ ਕਿਤੇ ਉਹਦੇ ਨਾਲ ਕੋਈ ਸੰਬੰਧ ਰਿਹਾ ਹੋਵੇਗਾ, ਏਦਾਂ ਨਹੀਂ ਹੋ ਗਿਆ। ਇਸ ਕਰਕੇ ਪੁਰਬ ਕਮਾਈ, ਜਿਹੜੀ ਪੁਰਬ ਦੀ ਕਮਾਈ ਆ ਨਾ, ਜਿਹਨੂੰ ਆਪਾਂ ਪਰਾਲਬਧ ਕਹਿੰਦੇ ਆ, ਪਰਾਲਬਧ ਕਰਮ, ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਇਹਨੂੰ ਕੋਈ ਮੇਟ ਨਹੀਂ ਸਕਦਾ। ਮੇਟ ਨਾ ਸਕੈ ਕੋਈ, ਪਰਾਲਬਧ ਨੂੰ ਨਹੀਂ ਕੋਈ ਮੇਟ ਸਕਦਾ। ਹਾਂ, ਗੁਰਦੇਵ ਐਸੀ ਕਿਰਪਾ ਕਰਦੇ ਨੇ, ਕਿਰਿਆਮਾਨ ਤੇ ਸੰਚਿਤ ਕਰਮਾਂ ਨੂੰ ਨਸ਼ਟ ਕਰ ਦਿੰਦੇ ਨੇ,
ਪਰਾਲਬਧ ਭੋਗਣੀ ਪੈਂਦੀ ਹੈ, ਪਰ ਗੁਰੂ ਚਾਹੇ ਤੇ ਕਈ ਵਾਰ ਉਸ ਪਰਾਲਬਧ ਨੂੰ ਵੀ ਸੁਪਨੇ ਵਿੱਚ ਕੱਢ ਦਿੰਦਾ ਹੈ। ਗੁਰੂ ਚਾਹੇ, ਕਿਉਂਕਿ ਬਾਹਰ ਵੀ ਸੁਪਨਾ ਹੈ ਤੇ ਸੁੱਤੇ ਪਿਆ ਵੀ ਸੁਪਨਾ ਹੀ ਦੇਖਣਾ, ਤੇ ਸੁਪਨਾ ਸੁਪਨਾ ਹੀ ਹੁੰਦਾ। ਜਾਗਦਿਆਂ ਸੁਪਨੇ ਵਿੱਚ ਨਹੀਂ ਕੱਟਿਆ, ਸੁੱਤੇ ਪਿਆ ਸੁਪਨੇ 'ਚ ਕੱਢ ਦਿੱਤਾ। ਇਹ ਗੁਰੂ ਦੀ ਸਮਰੱਥਾ ਹੈ। ਹਾਂਜੀ। ਜਿਨ ਸ੍ਰਿਸ਼ਟ ਸਾਜੇ ਸੋ ਕਰ ਵੇਖੈ, ਤਿਸ ਜੀਵੜ ਅਵਰ ਨ ਕੋਈ। ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਸਾਜਿਆ ਹੈ ਉਹ ਇਸ ਨੂੰ ਕਰਕੇ ਵੇਖਦਾ ਵੀ। ਇਹ ਨਹੀਂ ਵੀ ਬਣਾ ਦਿੱਤਾ ਤੇ ਮੁੜ ਕੇ ਇਹਨਾਂ ਨੂੰ ਵੇਖਦਾ ਨਹੀਂ। ਵੇਖਣ ਦਾ ਮਤਲਬ ਹੁੰਦਾ ਵੀ ਸਾਰ ਸੰਭਾਲ ਵੀ ਕਰਦਾ ਸਾਰਿਆਂ ਦੀ, ਬਣਾ ਕੇ ਫਿਰ ਸਾਰਿਆਂ ਦੀ ਸਾਰ ਵੀ ਲੈਂਦਾ। ਹਰ ਇੱਕ ਜੀਵ ਦੀ ਸਾਰ ਵਾਹਿਗੁਰੂ ਲੈਂਦਾ। ਤਿਸ ਜੀਵੜ ਅਵਰ ਨਾ ਕੋਈ। ਤਿਸ ਵਾਹਿਗੁਰੂ ਪਰਮੇਸ਼ਰ ਜੈਸਾ ਵੱਡਾ, ਜੀਵੜ ਉਹਦੇ ਵਰਗਾ ਵੱਡਾ ਹੋਰ ਕੋਈ ਨਹੀਂ ਹੈ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ। ਜਿਨ ਕਲ ਰਾਖੀ ਮੇਰੇ, ਜਿਨ ਕਲ ਰਾਖੀ ਮੇਰੇ। ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ। ਜਿਨ ਕਲ ਰਾਖੀ ਮੇਰੇ, ਜਿਨ ਕਲ ਰਾਖੀ ਮੇਰੇ। ਇਸ ਵਾਹਿਗੁਰੂ ਪਰਮੇਸ਼ਰ ਜੈਸਾ ਵੱਡਾ ਹੋਰ ਕੋਈ ਨਹੀਂ। ਮਨ ਮੁਖ ਅੰਧਾ ਤਪ ਤਪ ਖਪੈ, ਬਿਨ ਸ਼ਬਦੈ ਸ਼ਾਂਤ ਨ ਆਏ। ਮਨਮੁਖ ਬੰਦਾ ਅੰਨਾ ਹੈ, ਅਗਿਆਨਤਾ ਦੇ ਹਨੇਰੇ 'ਚ ਅੰਨਾ ਹੈ। ਵਿਕਾਰਾਂ ਦੀ ਅੱਗ ਵਿੱਚ ਤਪ ਤਪ ਕੇ ਖਪਦਾ ਹੈ। ਉਦੋਂ ਤੱਕ ਖਪਦਾ ਰਹਿੰਦਾ ਜਦੋਂ ਤੱਕ ਗੁਰੂ ਕਾ ਸ਼ਬਦ ਪ੍ਰਾਪਤ ਨਹੀਂ ਹੁੰਦਾ। ਸਤਿਗੁਰਾਂ ਦੇ ਸ਼ਬਦ ਤੋਂ ਬਿਨਾਂ ਇਸ ਦੇ ਅੰਦਰ ਦੀ ਉਹ ਤਪਸ਼ ਸ਼ਾਂਤ ਨਹੀਂ ਹੁੰਦੀ। ਬਿਨ ਸ਼ਬਦੈ ਸ਼ਾਂਤ ਨਾ ਆਈ। ਸਤਿਗੁਰਾਂ ਦੇ ਸ਼ਬਦ ਤੋਂ ਬਿਨਾਂ ਸ਼ਾਂਤੀ ਨਹੀਂ ਆਉਣੀ। ਮੰਗਦੇ ਆਪਾਂ ਸਾਰੇ ਜੀ, ਅਰਦਾਸ ਕਰ ਦਿਓ ਜੀ ਸਾਡੀ, ਕਈ ਮਿੱਤਰ ਕਾਹਦੀ ਜੀ? ਸੁਖ ਸ਼ਾਂਤੀ ਦੀ। ਸੁਖ ਸ਼ਾਂਤੀ ਦੀ ਅਰਦਾਸ ਕਰ ਦਿਓ ਜੀ। ਅਖੰਡ ਪਾਠ ਸਾਹਿਬ ਸੁਖ ਸ਼ਾਂਤੀ ਵਾਸਤੇ ਕਰਾਇਆ, ਪਰ ਸ਼ਾਂਤੀ ਤਾਂ ਆਉਣੀ ਹੈ, ਸੁਖ ਤਾਂ ਆਉਣਾ ਜੇ ਗੁਰੂ ਕਾ ਸ਼ਬਦ ਹਿਰਦੇ 'ਚ ਆਏਗਾ। ਉਹ ਨਾ ਸਾਨੂੰ ਵਸਾਣਾ ਪਵੇ ਹਿਰਦੇ 'ਚ, ਸਾਡੇ ਕੂੜ ਕਬਾੜ ਭਵੇਂ ਭਰਿਆ ਰਹੇ ਤੇ ਫਿਰ ਸੁਖ ਸ਼ਾਂਤੀ। ਸੁਖ ਤੇ ਸ਼ਾਂਤੀ ਤੇ ਸਮਿਰਧੀ ਦਾ ਮੂਲ ਗੁਰੂ ਕਾ ਸ਼ਬਦ ਹੈ, ਸਤਿਗੁਰਾਂ ਦਾ ਸ਼ਬਦ। ਸਤਿਗੁਰਾਂ ਦੇ ਸ਼ਬਦ ਤੋਂ ਬਿਨਾਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਸ਼ਾਂਤੀ ਨਹੀਂ ਆਉਣੀ। ਨਾਨਕ ਬਿਨ ਨਾਵੈ ਸਭ ਕੋਈ ਭੁੱਲਾ, ਮਾਇਆ ਮੋਹ ਖੁਆਏ। ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ ਹਨ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਾਰੇ ਹੀ ਭੁੱਲੇ ਹੋਏ ਨੇ। ਉਹਨਾਂ ਨੂੰ ਭੁੱਲਿਆ ਹੀ ਕਹਾਂਗੇ, ਉਹ ਭੁੱਲੇ ਹੀ ਹੋਏ ਨੇ ਜਿਹੜੇ ਮਾਇਆ ਦੇ ਮੋਹ ਵਿੱਚ ਲੱਗੇ ਹੋਏ ਆਪਣਾ ਸਾਰਾ ਕੁਝ ਹੀ ਖੁਆ ਰਹੇ ਨੇ, ਗਵਾ ਰਹੇ ਨੇ। ਇਹੋ ਜਗ ਜਲਤਾ ਦੇਖ ਕੇ ਭਜ ਪਏ ਹਰ ਸਰਨਾਏ ਰਾਮ। ਏ ਵਾਹਿਗੁਰੂ, ਇਸ ਜਗਤ ਨੂੰ ਸੜਦਾ ਬਲਦਾ ਵੇਖ ਕੇ ਕਿ ਜਗਤ ਸੜ ਰਿਹਾ ਹੈ, ਜਲ ਰਿਹਾ ਹੈ। ਘਰ ਘਰ ਰਿਹਾ ਅੱਗ ਹੈ, ਜਲ ਰਿਹਾ ਹੈ ਇਹ ਜਗਤ। ਇਹ ਵੇਖ ਕੇ
हे प्रभु मैं भज के तुहाडी शरण च आ पिया। जंगल च अग लगी होवे ते जिवें उस जंगल दी अग तो बचण लई कोई हिरन भज के किसे पानी दे तलाब विच जा वड़े, उस अग तो बचण लई। महाराज इस जगत नूं सड़दा होया वेख के मैं भज के तुहाडी शरण च आ पिया। रख लो, अपनी शरण च रख लो। जगत जलंदा रख लै, जगत जलंदा रख लै, जगत जलंदा रख लै, जगत जलंदा रख लै। अपनी किरपा धार, 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 अपनी किरपा धार। महाराज तुहाडी शरण आ पिया हां, किरपा करके रख लो। अरदास करे गुर पूरे आगे, रख ले वो देह वडाए राम। मैं अपने पूरे गुरु अगे हथ जोड़ के अरदास करदा हां। की अरदास करदा महाराज, मैनू रख लो, रख लो, रखो रखो किरपा तार। मैं अपने गुरु अगे अरदास करदा महाराज मैनू रख लो और मैनू अपने नाम जपण दी वडियाई बख्शो। जदों वडियाई मंगी है तां वो वडियाई परमेश्वर दे भजन करन दी मंगी। ਇਹ ਵਡਿਆਈ ਦਿਓ ਮਹਾਰਾਜ ਕਿ ਆਪ ਜੀ ਦੇ ਨਾਮ ਦੀ ਆਰਾਧਨਾ ਕਰੀਏ, ਆਪ ਜੀ ਦੇ ਭਜਨ ਦੀ ਬੰਦਗੀ ਕਰੀਏ। रख ले वो शरणाए, हर नाम वडाए, तुद जेवड़ अवर न दाता। ਮਹਾਰਾਜ ਰੱਖ ਲਓ, ਆਪਣੀ ਸ਼ਰਨ ਚ ਰੱਖ ਲਓ, ਮੈਨੂੰ ਹਰੀ ਨਾਮ ਜਪਣ ਦੀ ਵਡਿਆਈ ਬਖਸ਼ੋ। हे ਮੇਰੇ ਰੱਬ ਜੀ, ਤੁਹਾਡੇ ਵਰਗਾ ਵੱਡਾ ਹੋਰ ਕੋਈ ਨਹੀਂ। ਤੁਧ ਜੇਵੜ ਅਵਰ ਨਾ ਦਾਤਾ, ਤੁਹਾਡੇ ਜਿਸ ਜੱਡਾ ਵੱਡਾ ਦਾਤਾ ਹੋਰ ਕੋਈ ਨਹੀਂ। ਤੁਸੀਂ ਸਭ ਤੋਂ ਵੱਡੇ ਦਾਤੇ ਹੋ, ਤੁਹਾਡੇ ਜੈਸਾ ਵੱਡਾ ਹੋਰ ਕੋਈ ਦਾਤਾ ਨਹੀਂ। सेवा लागे सेवड़ भागे, जुग जुग एको जाता। ਮਹਾਰਾਜ ਜਿਹੜੇ ਵੱਡਿਆਂ ਭਾਗਾਂ ਵਾਲੇ ਨੇ ਉਹੀ ਤੁਹਾਡੀ ਸੇਵਾ 'ਚ ਲੱਗੇ ਹਨ। ਸੇਵਾ ਵਿੱਚ ਲੱਗੇ ਕਿਹੜੇ ਨੇ? ਜਿਨ੍ਹਾਂ ਦੇ ਭਾਗ ਵੱਡੇ ਨੇ। ਉਹਨਾਂ ਨੇ ਜੁਗਾਂ ਜੁਗਾਂ ਵਿੱਚ ਇੱਕ ਹੈ ਵਾਹਿਗੁਰੂ ਜੀ ਤੁਹਾਨੂੰ ਹੀ ਜਾਤਾ ਜਾਣਿਆ ਹੈ। जत सत संजम कर्म कमावे, बिन गुर गत नहीं पाए। ਮਹਾਰਾਜ ਬੜੇ ਬੜੇ ਲੋਕ ਨੇ ਜਿਹੜੇ ਜਤ ਕਮਾਉਂਦੇ, ਸਤ ਕਮਾਉਂਦੇ, ਸੰਜਮ ਆਦਿਕ ਕਰਮ ਕਾਂਡ ਕਮਾਉਂਦੇ ਕਰਦੇ ਨੇ, ਪਰ ਇੱਕ ਗੱਲ ਸੁਨਿਸ਼ਚਿਤ ਹੈ ਕਿ ਜਿੰਨੇ ਮਰਜ਼ੀ ਉਹ ਕਰਮ ਕਾਂਡ ਕਰੀ ਜਾਣ, ਗੁਰੂ ਤੋਂ ਬਿਨਾਂ ਮੁਕਤੀ ਨਹੀਂ ਮਿਲਣੀ। ਔਰ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਮੇਰੇ ਤੇ ਜੀਵਨ ਦਾ ਪ੍ਰੈਕਟੀਕਲ ਹੈ। 72 ਸਾਲ ਦੀ ਉਮਰ ਤੱਕ ਗੁਰੂ ਨਹੀਂ ਮਿਲਿਆ, ਬਹੁਤ ਕਰਮ ਕੀਤੇ, ਬਹੁਤ ਸਾਰੇ ਜਪ ਤਪ ਕੀਤੇ, ਫਿਰ ਵੀ ਸੰਨਿਆਸੀ ਨੇ ਆਖਿਆ ਤੂੰ ਹਾਲੇ ਤੱਕ ਨਗੁਰਾ ਹੈ। ਗੁਰੂ ਸ਼ਰਨ ਚ ਪੈ ਕੇ ਹੀ ਮੁਕਤੀ ਮਿਲਦੀ ਹੈ। ਜਿੰਨੇ ਮਰਜੀ ਕੋਈ ਕਰਮ ਕਮਾਈ ਜਾਵੇ, ਜਿਤਨੇ ਮਰਜੀ ਕੋਈ ਭਲੇ ਕਰਮਾਂ ਚ ਪ੍ਰਵਿਰਤ ਹੋਈ ਜਾਏ, ਗੁਰੂ ਤੋਂ ਬਿਨਾ ਗਤ ਨਹੀਂ। ਕਹਾਵਤ ਹੈ ਨਾ ਵੀ ਸ਼ਾਹ ਬਿਨਾ ਪਤ ਨਹੀਂ ਤੇ ਗੁਰੂ ਬਿਨਾ ਗਤ ਨਹੀਂ। ਸ਼ਾਹ ਹੁੰਦੇ ਪੁਰਾਣੇ ਸਮਿਆਂ 'ਚ ਨਾ ਪਿੰਡਾਂ ਨਗਰਾਂ ਵਿੱਚ, ਜਦੋਂ ਕਿਸੇ ਨੂੰ ਲੋੜ ਪੈਣੀ ਉਹਨਾਂ ਦਾ ਖਾਤਾ ਚੱਲਦਾ, ਸ਼ਾਹ ਕੋਲੋਂ ਜਾ ਕੇ ਪੈਸੇ ਲੈ ਲੈਣੇ।
ਜਦੋਂ ਫਸਲ ਆਉਣੀ ਫਸਲ ਦੇ ਵਿੱਚੋਂ ਉਹਨੂੰ ਫਸਲ ਦੇਣੀ ਤੇ ਪੈਸੇ ਕਟਾ ਦੇਣੇ, ਮੂਲ ਉੱਤੇ ਜਿਹੜਾ ਵਿਆਜ ਹੋਣਾ ਉਹ ਦੇ ਦੇਣਾ। ਉਹ ਕਹਿੰਦੇ ਸਨ ਵੀ ਜੇ ਸ਼ਾਹ ਨਾ ਹੁੰਦਾ ਤੇ ਸਾਡੀ ਪੱਤ ਨਾ ਰਹਿੰਦੀ। ਧੀ ਦਾ ਵਿਆਹ ਹੋਣਾ, ਪਰਿਵਾਰ ਵਿੱਚ ਕੋਈ ਕਿਸੇ ਪ੍ਰਕਾਰ ਦਾ ਸਮਾਗਮ ਹੋਣਾ, ਸ਼ਾਹ ਕੋਲ ਜਾਣਾ, ਪੈਸੇ ਲੈਣੇ। ਜਿਵੇਂ ਅੱਜ ਕੱਲ ਆੜਤੀ ਸਿਸਟਮ ਹੈ, ਆੜਤੀਆਂ ਦੇ ਕੋਲ ਜ਼ਿਮੀਂਦਾਰ ਜਾਂਦੇ ਨੇ, ਲੋੜ ਪੈਣ ਤੇ ਆਪਣਾ ਜਿੰਨੀ ਮਾਇਆ ਚਾਹੀਦੀ ਲੈ ਕੇ ਜਦੋਂ ਫਸਲ ਆਉਂਦੀ ਉਹਨਾਂ ਨੂੰ ਫਸਲ ਦੇ ਦਿੰਦੇ। ਇਸੇ ਕਰਕੇ ਤਾਂ ਜ਼ਿਮੀਂਦਾਰ ਵੀਰ ਧਰਨੇ ਤੇ ਬੈਠੇ ਨੇ, ਮੋਰਚਾ ਲਾਈ, ਕਿਉਂਕਿ ਸਰਕਾਰ ਇਹ ਸਿਸਟਮ ਖਤਮ ਕਰਨਾ ਚਾਹੁੰਦੀ ਹੈ। ਉਹ ਇਹ ਸਿਸਟਮ ਹੀ ਮੁਕਾ ਦੇਣਾ ਚਾਹੁੰਦੀ ਵੀ ਇਹ ਸਿੱਧੇ ਸਾਡੇ ਕੋਲ ਹੀ ਆਉਣ। ਉਹ ਆਪਣੀਆਂ ਮੰਗਾਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹ ਲੈਣ ਵਾਸਤੇ ਬੈਠੇ ਆ। ਗੁਰਦੇਵ ਦੇ ਚਰਨਾਂ ਵਿੱਚ ਅਰਦਾਸ ਹੈ ਸਤਿਗੁਰੂ ਜੀ ਉਹਨਾਂ ਨੂੰ ਕਾਮਯਾਬੀ ਪ੍ਰਦਾਨ ਕਰਨ। ਸ਼ਾਹ ਬਿਨਾ ਪਤ ਨਹੀਂ ਤੇ ਗੁਰੂ ਬਿਨਾ ਗਤ ਨਹੀਂ। ਮੁਕਤੀ ਗੁਰੂ ਬਿਨਾ ਨਹੀਂ ਹੋ ਸਕਦੀ, ਮੁਕਤੀ ਗੁਰੂ ਨੇ ਦੇਣੀ। ਇਸ ਕਰਕੇ ਇੱਥੇ ਤੀਜੇ ਪਾਤਸ਼ਾਹ ਕਹਿ ਰਹੇ ਨੇ ਕਿ ਗੁਰੂ ਤੋਂ ਬਿਨਾ ਭਾਈ ਕਿਸੇ ਨੂੰ ਵੀ ਮੁਕਤੀ ਨਹੀਂ ਪ੍ਰਾਪਤ ਹੋਈ। ਨਾਨਕ ਤਿਸਨੋ ਸ਼ਬਦ 부ਝਾਏ, ਜੋ ਜਾਏ ਪਵੈ ਹਰਿ ਸਰਨਾਏ। ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਤਿਨਾਂ ਨੂੰ ਸਤਿਗੁਰੂ ਜੀ ਆਪਣਾ ਸ਼ਬਦ ਬੁਝਾਉਂਦੇ ਹਨ। ਕਿਹਨਾਂ ਨੂੰ? ਜਿਹੜੇ ਸਤਿਗੁਰਾਂ ਦੀ ਸ਼ਰਨ ਚ ਆ ਜਾਣ, ਗੁਰਦੇਵ ਦੀ ਸ਼ਰਨ ਵਿੱਚ ਆ ਜਾਣ। ਜੋ ਹਰ ਮਤ ਦੇ ਸਾ ਉਪਜੈ, ਹੋਰ ਮਤ ਨ ਕਾਏ ਰਾਮ। ਜਿਨ੍ਹਾਂ ਨੂੰ ਸਤਿਗੁਰੂ ਜੀ ਜੋ ਮਤ ਦਿੰਦੇ ਨੇ ਉਹੀ ਮਤ ਉਹਨਾਂ ਅੰਦਰ ਉਪਜਦੀ ਹੈ। ਵਾਹਿਗੁਰੂ ਜਿਨ੍ਹਾਂ ਨੂੰ ਜੈਸੀ ਮਤ ਦਿੰਦਾ ਉਹਨਾਂ ਅੰਦਰ ਉਹੋ ਜੀ ਮਤ ਉਗਵਦੀ ਹੈ। ਹੋਰ ਕੋਈ ਮਤ ਨਹੀਂ ਉਹਨਾਂ ਅੰਦਰ ਆਪਣੇ ਆਪ ਸਫੁਰਤ ਹੋ ਸਕਦੀ। ਅੰਤਰ ਬਾਹਰ ਏਕ ਤੂ, ਆਪੇ ਦੇਹ 부ਝਾਏ ਰਾਮ। ਅੰਦਰ ਤੇ ਬਾਹਰ ਹੈ ਵਾਹਿਗੁਰੂ ਇੱਕ ਤੂੰ ਹੀ ਤੂੰ ਹੈ। ਨੈਣ ਮੀਟਿਆਂ ਅੰਦਰ ਦਿਸਦਾ, ਖੁੱਲਿਆਂ ਬਾਹਰ ਦਸਾਈ ਹੈ। ਅੰਦਰ ਵੀ ਤੂੰ ਇੱਕ ਹੈ, ਬਾਹਰ ਵੀ ਤੂੰ ਇੱਕ ਹੈ, ਤੂੰ ਹੀ ਤੂੰ ਹੈ। ਹੇ ਵਾਹਿਗੁਰੂ ਜੀ, ਜਿਨ੍ਹਾਂ ਨੂੰ ਤੁਸੀਂ ਆਪ ਕਿਰਪਾ ਕਰਕੇ ਇਹ ਗੱਲ ਬੁਝਾਉਂਦੇ ਹੋ, ਜਣਾਉਂਦੇ ਹੋ, ਉਹੀ ਜਾਣਦੇ ਨੇ। ਜਿਨ੍ਹਾਂ ਨੂੰ ਜਣਾਉਂਦੇ ਹੋ ਉਹੀ ਜਾਣਦੇ ਹਨ। ਆਪੇ ਦੇਹ 부ਝਾਏ ਅਵਰ ਨ ਪਾਏ, ਗੁਰਮੁਖ ਹਰ ਰਸ ਚਾਖਿਆ। ਮਹਾਰਾਜ ਜਿਨ੍ਹਾਂ ਨੂੰ ਤੁਸੀਂ ਆਪ ਬੁਝਾਉਂਦੇ ਹੋ, ਜਣਾਉਂਦੇ ਹੋ, ਜਿਨ੍ਹਾਂ ਨੇ ਹੇ ਵਾਹਿਗੁਰੂ ਜੀ ਆਪ ਜੀ ਦੇ ਅੰਮ੍ਰਿਤ ਰਸ ਨੂੰ ਗੁਰੂ ਦੇ ਮੁਖ ਦੁਆਰਾ ਚਖਿਆ ਹੈ, ਅਵਰ ਨਾ ਭਾਈ, ਉਹਨਾਂ ਨੂੰ ਫਿਰ ਉਸ ਰਸ ਤੋਂ ਬਿਨਾਂ ਹੋਰ ਕੁਝ ਨਹੀਂ ਪਾਉਂਦਾ। ਅਵਰ ਨਾ ਭਾਈ ਦਾ ਮਤਲਬ ਕਿ ਜਿਨ੍ਹਾਂ ਨੇ ਅੰਮ੍ਰਿਤ ਰਸ ਚਖ ਲਿਆ ਉਹਨਾਂ ਨੂੰ ਫਿਰ ਕੁਝ ਹੋਰ ਨਹੀਂ ਪਾਉਂਦਾ। ਜਿਹਨੇ 36 ਪ੍ਰਕਾਰ ਦੇ ਪਕਵਾਨ ਖਾਣੇ ਗਿੱਝ ਜਾਏ ਤਾਂ ਉਹਨੂੰ ਸੁੱਕੀਆਂ ਰੋਟੀਆਂ ਥੋੜੀ ਚੰਗੀਆਂ ਲੱਗਦੀਆਂ। ਫਿਰ ਜਿਹੜਾ ਨਾਮ ਦੇ ਅੰਮ੍ਰਿਤ ਰਸ ਨੂੰ ਚਖ ਲੇ ਫਿਰ ਉਹਨੂੰ ਦੁਨੀਆ ਦੇ ਰਸ ਨਹੀਂ ਪਾਉਂਦੇ, ਉਹ ਨਹੀਂ ਚੰਗੇ ਲੱਗਦੇ। ਦਰ ਸਾਚੈ ਸਦਾ ਹੈ ਸਾਚਾ, ਸਾਚੈ ਸ਼ਬਦ ਸੁਭਾਖਿਆ। ਵਾਹਿਗੁਰੂ ਪਰਮੇਸ਼ਰ ਦਾ ਦਰ ਸੱਚਾ ਹੈ, ਸਦਾ ਹੀ ਸੱਚਾ ਹੈ, ਔਰ ਉੱਥੇ ਹਮੇਸ਼ਾ ਸੱਚਾ ਸ਼ਬਦ ਹੀ ਕਿਹਾ ਜਾਂਦਾ। ਸੱਚਾ ਉਪਦੇਸ਼ ਹੀ ਦੱਸਿਆ ਜਾਂਦਾ, ਕਿਹਾ ਜਾਂਦਾ ਹੈ। ਕਰਮ ਹੈ ਨਿਜ ਘਰ ਪਾਇਆ, ਸਤਿਗੁਰ ਦੇ ਵਡਾਏ। ਪਾਤਸ਼ਾਹ ਕਹਿੰਦੇ ਭਾਈ ਫਿਰ ਉਹ ਇਸ ਸਰੀਰ ਰੂਪੀ ਘਰ ਵਿੱਚ ਹੀ ਆਪਣੇ ਨਿਜ ਘਰ ਨੂੰ ਪਾ ਲੈਂਦੇ ਨੇ। ਕੌਣ? ਜਿਨ੍ਹਾਂ ਨੂੰ ਸਤਿਗੁਰੂ ਜੀ ਇਹ ਵਡਿਆਈ ਬਖਸ਼ਦੇ ਨੇ, ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਇਹ ਵਡਿਆਈ ਪ੍ਰਦਾਨ ਕਰਦੇ ਨੇ,
ਉਹ ਆਪਣੇ ਇਸ ਸਰੀਰ ਰੂਪੀ ਘਰ ਵਿੱਚ ਹੀ ਆਪਣੇ ਨਿਜ ਘਰ ਨੂੰ, ਆਤਮ ਸਵਰੂਪ ਨੂੰ ਪ੍ਰਾਪਤ ਕਰ ਲੈਂਦੇ ਹਨ। ਨਾਨਕ ਜੋ ਨਾਮ ਰਤੇ ਸੇ ਮਹਲ ਪਾਇਨ, ਮਤ ਪ੍ਰਵਾਨ ਸਚ ਸਾਏ। ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਨੇ, ਉਹਨਾਂ ਨੂੰ ਆਪਣੇ ਨਿਜ ਸਰੂਪ ਦਾ ਮਹਿਲ ਪ੍ਰਾਪਤ ਹੁੰਦਾ ਹੈ, ਔਰ ਉਹਨਾਂ ਦੀ ਹੀ ਮਤ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੁੰਦੀ, ਜਿਹੜੇ ਸੱਚ ਨੂੰ ਪ੍ਰਾਪਤ ਕਰ ਲੈਂਦੇ ਨੇ। ਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡਾ ਗਾਵਿਆ ਸੁਣਿਆ ਸਾਹਿਬ ਜੀ ਥਾਂ ਪਾਉਣ। ਸਾਡੀਆਂ ਹਾਜ਼ਰੀਆਂ ਮਹਾਰਾਜ ਜੀ ਆਪਣੇ ਚਰਨਾਂ ਚ ਲਾ ਲੈਣ। ਗੁਰੂਦੇਵ ਦੇ ਚਰਨਾਂ ਵਿੱਚ ਜੋਦੜੀ ਹੈ, ਅਰਦਾਸ ਹੈ। ਚੜਿਆ ਹੋਇਆ ਇਹ ਸਾਲ 2021 ਮਹਾਰਾਜ ਜੀ ਦਾ ਭਜਨ ਕਰਦਿਆਂ, ਸੇਵਾ ਸਿਮਰਨ ਕਰਦਿਆਂ ਬਤੀਤ ਹੋਵੇ। ਗੁਰਦੇਵ ਦੀ ਬਾਣੀ ਪੜ੍ਹਦਿਆਂ, ਭਲੇ ਕਰਮ ਕਰਦਿਆਂ ਬਤੀਤ ਹੋਵੇ, ਕਿਉਂਕਿ ਉਹੀ ਮਹੀਨੇ, ਉਹੀ ਦਿਨ ਤੇ ਉਹੀ ਮਹੂਰਤ ਸਫਲੇ ਹੁੰਦੇ ਨੇ, ਜਿਨ੍ਹਾਂ ਮਹੂਰਤਾਂ ਵਿੱਚ, ਜਿਨ੍ਹਾਂ ਮਹੀਨਿਆਂ ਵਿੱਚ, ਜਿਨ੍ਹਾਂ ਦਿਨਾਂ ਵਿੱਚ ਜਾਂ ਜਿਨ੍ਹਾਂ ਘੜੀਆਂ ਵਿੱਚ ਗੁਰੂ ਸਾਹਿਬ ਦੀ ਸਾਡੇ ਤੇ ਨਜ਼ਰ ਹੋਵੇ। ਮਹਾਂ ਦਿਵਸ ਮੂਰਤ ਭਲੇ ਜਾਂ ਕੋ ਨਜ਼ਰ ਕਰੇ, ਜਿਨ੍ਹਾਂ ਤੇ ਸਾਹਿਬ ਦੀ ਨਜ਼ਰ ਹੋਵੇ, ਉਹਨਾਂ ਦੇ ਮਹੀਨੇ, ਤਿੱਥਾਂ, ਵਾਰ, ਘੜੀਆਂ, ਪੈਰ ਸਫਲ ਹੋ ਜਾਂਦੇ ਹਨ। ਸਤਿਗੁਰੂ ਜੀ ਨਜ਼ਰ ਕਰਨ, ਸਤਿਗੁਰੂ ਜੀ ਤਰਸ ਕਰਨ, ਸਾਡਾ ਆਉਣ ਵਾਲਾ ਸਮਾਂ ਸਾਹਿਬ ਦੀ ਸੇਵਾ ਸਿਮਰਨ ਕਰਦਿਆਂ ਸਫਲ ਹੋਵੇ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।